ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ 11ਵੇਂ ਗੇੜ ਦੀ ਗੱਲਬਾਤ ਦੌਰਾਨ ਵੀ ਰੇੜਕਾ ਰਿਹਾ ਕਾਇਮ। ਸਰਕਾਰ ਕਾਨੂੰਨਾਂ ਨੂੰ 1.5 ਸਾਲ ਤੱਕ ਮੁਅੱਤਲ ਕਰਨ ਤੇ ਸਹਿਮਤ, ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੇ। ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਆਰੋਪ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪੁਲਿਸ ਵੱਲੋਂ ਕਾਰ ਦਾ ਸ਼ੀਸ਼ਾ ਭੰਨਣ ਦਾ ਕੀਤਾ ਦਾਅਵਾ। ਪੁਲਿਸ ਨੇ ਸੁਰੱਖਿਆ ਦੇ ਨਾਂ ਉੱਤੇ ਉਹਨਾਂ ਨੂੰ ਥਾਂ-ਥਾਂ ਕੀਤਾ ਤੰਗ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਕਿਸਾਨਾਂ ਵੱਲੋਂ ਤਿਆਰੀਆਂ ਪੂਰੀਆਂ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਕੱਢੇ ਗਏ ਟਰੈਕਟਰ ਮਾਰਚ। ਕਿਸਾਨ ਆਗੂਆਂ ਮੁਤਾਬਕ ਉਹਨਾਂ ਦੀ ਟਰੈਕਟਰ ਪਰੇਡ ਰਚੇਗੀ ਨਵਾਂ ਇਤਿਹਾਸ। ਮਾਤਾ ਦੀਆਂ ਪੇਟਾਂ ਤੋਂ ਦੁਨੀਆ ਭਰ 'ਚ ਮਸ਼ਹੂਰ ਹੋਏ ਭਜਨ ਸਮਰਾਟ ਨਰਿੰਦਰ ਚੰਚਲ ਦਾ ਹੋਇਆ ਦੇਹਾਂਤ। 80 ਵਰ੍ਹਿਆਂ ਦੇ ਸਨ ਨਰਿੰਦਰ ਚੰਚਲ। ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਚੱਲ ਰਿਹਾ ਸੀ ਇਲਾਜ। ਅਤੇ ਤਲਵਾੜਾ ਦਸੂਹਾ ਮਾਰਗ ਤੇ ਕਰਤਾਰ ਬੱਸ ਅਤੇ ਮਰੂਤੀ ਜੈਨ ਕਾਰ ਦੀ ਹੋਈ ਟੱਕਰ। ਹਾਦਸੇ 'ਚ ਇੱਕ ਬੱਚੇ ਸਣੇ 4 ਜਣਿਆਂ ਦੀ ਹੋਈ ਮੌਤ। ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਮ੍ਰਿਤਕਾਂ ਦੀਆਂ ਲਾਸ਼ਾਂ। ਤੇ ਹੁਣ ਖਬਰਾਂ ਦਾ ਵਿਸਥਾਰ। ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ 11ਵੇਂ ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ 1 ਤੋਂ 1.5 ਸਾਲ ਲਈ ਮੁਅੱਤਲ ਕਰਨ ਦੀ ਆਪਣੀ ਤਜਵੀਜ਼ ਤੇ ਮੁੜ ਗੌਰ ਕਰਨ ਲਈ ਕਿਹਾ, ਜਦਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ MSP ਦੀ ਕਾਨੂੰਨੀ ਗਰੰਟੀ ਦੀ ਆਪਣੀ ਮੰਗ ਤੇ ਕਾਇਮ ਰਹੇ। ਮੀਟਿੰਗ ਦੌਰਾਨ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੌਰਾਨ ਇੱਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦਰਸ਼ਨਪਾਲ ਨੇ ਦੱਸਿਆ, ਅਸੀਂ ਸਰਕਾਰ ਨੂੰ 2 ਟੁਕ ਸ਼ਬਦਾਂ 'ਚ ਸਾਫ਼ ਕਰ ਦਿੱਤਾ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਚੀਜ਼ ਤੇ ਸਹਿਮਤ ਨਹੀਂ ਹੋਵਾਂਗੇ, ਪਰ ਮੰਤਰੀ ਦੇ ਸਾਨੂੰ ਸਰਕਾਰ ਦੀ ਪੁਰਾਣੀ ਤਜਵੀਜ਼ ਤੇ ਮੁੜ ਗੌਰ ਕਰਕੇ ਆਪਣਾ ਫੈਸਲਾ ਦੱਸਣ ਬਾਰੇ ਕਿਹਾ। ਕਿਸਾਨ ਆਗੂ ਰਕੇਸ਼ ਟਕੈਤ ਨੇ ਕਿਹਾ, ਅਸੀਂ ਸਰਕਾਰ ਨੂੰ ਆਪਣੀ ਸਥਿਤੀ ਬਾਰੇ ਸਪਸ਼ਟ ਕਰ ਦਿੱਤਾ ਹੈ। ਅਸੀਂ ਕਾਨੂੰਨਾਂ ਦੀ ਮੁਅੱਤਲੀ ਨਹੀਂ, ਇਹਨਾਂ ਨੂੰ ਖਤਮ ਕਰਵਾਉਣਾ ਚਾਹੁੰਦੇ ਹਾਂ। ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਵੀ ਰੇੜਕਾ ਕਾਇਮ ਰਿਹਾ। ਸਰਕਾਰ ਦਾ ਪਹਿਲੇ ਜਿਹੜਾ ਰਵੱਈਆ ਸੀ ਨਾ ਉਹੀ ਹੈ। 8-10 ਮੀਟਿੰਗਾਂ ਜੋ ਕੀਤੀਆਂ, ਕੋਈ ਬਾਤ ਨਹੀਂ, 8-10 ਜੋ ਮੀਟਿੰਗਾਂ ਕੀਤੀਆਂ, ਸਾਡਾ ਪਹਿਲਾਂ ਵੀ ਇਹ ਸਿੱਟਾ ਸੀਗਾ ਵੀ ਇਹ ਟਾਲ ਮਟੋਲ ਦੀ ਨੀਤੀ ਤੇ ਚੱਲ ਰਿਹਾ। ਔਰ ਅੱਜ ਉਹ ਮਤਲਬ ਉਹਨਾਂ ਨੇ ਸੁਬਾਹ ਵੀ ਮਤਲਬ ਜੋ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਵੀ ਤਿੰਨੇ ਕਾਨੂੰਨ ਰੱਦ ਕਰੋ, ਤੁਹਾਡੀ ਜਿਹੜੀ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ ਗਈ। ਸਿੰਘ ਜੀ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਕੀ 18 ਮਿੰਟ ਤੋਂ ਬਾਅਦ ਬ੍ਰੇਕ ਤੋਂ ਬਾਅਦ ਕੋਈ ਗੱਲਬਾਤ ਹੀ ਨਹੀਂ ਫਿਰ ਅੱਗੇ ਹੋਈ? ਬਿਲਕੁਲ ਨਹੀਂ ਗੱਲਬਾਤ ਹੀ। ਉਸ ਤੋਂ ਬਾਅਦ ਪਿੱਛੇ ਲੰਚ ਤੋਂ ਬਾਅਦ ਗੱਲ ਸ਼ੁਰੂ ਹੋਈ ਸੀਗੀ, ਉਹਦੇ ਤੇ ਡੈਡਲੌਕ ਆ ਗਿਆ ਔਰ ਮਤਲਬ ਗੱਲਬਾਤ ਅੱਗੇ ਨਹੀਂ ਚੱਲੂਗੀ। ਨਰਿੰਦਰ ਤੋਮਰ ਉਹਨਾਂ ਨੇ ਕਿਹਾ ਕਿ ਅਸੀਂ ਜੋ ਦੇ ਸਕਦੇ ਸੀ ਦੇਤਾ, ਹੁਣ ਕਿਸਾਨਾਂ ਨੇ ਤੈਅ ਕਰਨਾ ਕਿ ਉਹ ਨਵਾਂ ਪ੍ਰਪੋਜ਼ਲ ਕੀ ਲੈ ਕੇ ਆਉਂਦੇ। ਕੋਈ ਪ੍ਰਪੋਜ਼ਲ ਨਹੀਂ, ਸਾਡਾ ਉਹੀ ਆ ਕਿ 3 ਕਾਨੂੰਨ ਰੱਦ ਕਰੇ ਤੇ ਉਹ ਜਿਹੜਾ MSP ਦਾ ਕਾਨੂੰਨ ਬਣਾਉਣ। ਉਹ ਗੁਰਦੀਪ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਲੀ ਮੀਟਿੰਗ ਜੇਕਰ ਕਰਨੀ ਹੈ ਤਾਂ ਕਿਸਾਨ ਦੱਸ ਦੇਣ ਕਦੋਂ ਕਰਨੀ ਹੈ, ਤਾਂ ਹੁਣ ਅਗਲੀ ਮੀਟਿੰਗ ਹੋਊਗੀ ਕਿ ਨਹੀਂ? ਇਹ ਸਰਕਾਰ ਵੇਖੇ। ਤੁਹਾਡੇ ਵੱਲੋਂ ਕੋਈ ਅਗਲੀ ਮੀਟਿੰਗ ਨੂੰ ਕੋਈ ਤਰੀਕ ਦਿੱਤੀ ਹੈ? ਬਿਲਕੁਲ, ਜੇ ਸਰਕਾਰ ਨੇ ਮਤਲਬ ਅਸੀਂ ਵੇਖ ਕਿਸਾਨ ਇੱਥੇ ਬੈਠੇ ਆ ਬਾਰਡਰ ਤੇ ਕਾਫੀ ਦਿਨਾਂ ਤੋਂ, ਅਸੀਂ ਉਹਨਾਂ ਦੇ ਧਿਆਨ 'ਚ ਪਹਿਲਾਂ ਬਹਿਸ ਵੀ ਕੀਤੀ ਆ। ਜੇ ਸਰਕਾਰ ਨਿਬੇੜਨਾ ਨਹੀਂ ਚਾਹੁੰਦੀ ਗੀ, ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਹੈ, ਔਰ ਸਾਡੀ ਤਾਂ ਮੰਗ ਸੀਗੀ ਇਹ ਤਿੰਨੇ ਕਾਨੂੰਨ ਰੱਦ ਕਰੇ ਤੇ MSP ਕਿਸਾਨ ਨਹੀਂ ਨਿਬੇੜਨਾ ਚਾਹੁੰਦੇ, ਅਸੀਂ ਪ੍ਰਪੋਜ਼ਲ ਬਿਲਕੁਲ ਇਹ ਵੇਖ ਜੋ ਗਲਤ ਕਾਨੂੰਨ ਬਣਾਇਆ ਉਹ ਤਾਂ ਕਹੇਗੀ। ਅਸੀਂ ਜਿਹੜੀਆਂ 10 ਮੀਟਿੰਗਾਂ 11ਵੀਂ 'ਚ ਪਹੁੰਚੇ ਹਾਂ, ਨਿਬੇੜਨ ਵਾਸਤੇ ਪਹੁੰਚੇ। ਅਗਲੀ ਮੀਟਿੰਗ ਦੀ ਕੋਈ ਤਰੀਕ ਦਿੱਤੀ ਕਿ ਨਹੀਂ ਦਿੱਤੀ? ਕੋਈ ਤਰੀਕ ਨਹੀਂ। ਉਹਨਾਂ ਨੇ ਤੁਹਾਡੇ ਤੇ ਛੱਡ ਦਿੱਤਾ, ਤੁਸੀਂ ਹੁਣ ਅਗਲੀ ਮੀਟਿੰਗ ਕਰੋਗੇ? ਅਗਲੀ ਮੀਟਿੰਗ ਜੇ ਸਰਕਾਰ ਸੱਦੇਗੀ ਤਾਂ ਜ਼ਰੂਰ ਕਰਾਂਗੇ। ਤੁਸੀਂ ਆਪਣੇ ਤੌਰ ਤੇ ਨਹੀਂ ਕਹੋਗੇ ਕਿ ਅਸੀਂ ਕਰਨੀ ਹੈ? ਤੌਰ ਤੇ ਕਿਉਂ ਕਹਾਂਗੇ ਵੀ ਸਾਡੇ ਨਾਲ ਮੀਟਿੰਗ ਕਰੋ? ਉਹਨਾਂ ਨੇ ਹੁਣ ਤੁਹਾਡੇ ਤੇ ਛੱਡ ਦਿੱਤਾ, ਕਹਿੰਦੇ ਜੇ ਕਰਨੀ ਹੈ ਤਾਂ ਅੱਗੇ ਤੋਂ ਤੁਸੀਂ ਦੱਸੋ। ਸਾਡੀ ਤਾਂ ਹੈਗੀ ਆ ਵੀ ਇਹ 3 ਕਾਨੂੰਨ ਰੱਦ ਕਰੇ ਔਰ MSP ਮਤਲਬ ਕਾਨੂੰਨ ਬਣਾਉਣ। ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਣ ਵਾਲੀ 11ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਅੱਜ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਤੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਭੰਨ ਦਿੱਤਾ। ਰੁਲਦੂ ਸਿੰਘ ਮਾਨਸਾ ਤੇ ਉਹਨਾਂ ਦੇ ਭਰਾ ਨੇ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਤੇ ਮਗਰੋਂ ਕਾਰ ਦਾ ਸ਼ੀਸ਼ਾ ਭੰਨਿਆ ਗਿਆ। ਪੁਲਿਸ ਨੇ ਸੁਰੱਖਿਆ ਦੇ ਨਾਂ ਉੱਤੇ ਉਹਨਾਂ ਨੂੰ ਥਾਂ-ਥਾਂ ਤੰਗ ਕੀਤਾ। ਇਹ ਮੁੱਦਾ ਮੰਤਰੀਆਂ ਨਾਲ ਮੀਟਿੰਗ 'ਚ ਰੱਖਣ ਦੀ ਵੀ ਗੱਲ ਕੀਤੀ ਗਈ। ਅੱਛਾ, ਇੱਕ ਤੁਹਾਡੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ, ਕੀ ਕੁਝ ਹੋਇਆ? ਕੁਝ ਸਾਡਾ ਉੱਥੇ ਪੁਲਿਸ ਨਾਲ ਕਲੇਸ਼ ਹੋਇਆ। ਕਦੋਂ? ਗੱਡੀ ਨੂੰ ਆਉਂਦਿਆਂ ਦਾ। ਅੱਜ ਆਉਂਦੇ ਹੋਇਆ ਪੁਲਿਸ ਨੇ ਤੁਹਾਨੂੰ ਰਸਤੇ ਦੇ ਵਿੱਚ ਰੋਕਿਆ, ਕਿਉਂ, ਕੀ ਕਾਰਨ ਰਹੇ? ਬਸ ਉਹ ਮੈਂ ਵੀ ਗੁੱਸੇਖੋਰ ਬੰਦਾ, ਤੁਹਾਡੇ ਕੋਲ ਕੀ ਲੁੱਕਾ ਗਈ। ਮਗਰ ਤੁਹਾਨੂੰ ਦੱਸਿਆ 150 ਨੰਬਰ ਹੈ ਮੇਰੀ ਗੱਡੀ ਦਾ। ਪੁਲਿਸ ਵਾਲਾ ਮੈਂ ਨਹੀਂ ਨਾਲ ਲੈਂਦਾ, ਮੇਰੇ ਨਾਲ ਸਾਥੀ ਦਿੱਲੀ ਦਾ ਜਿਹੜਾ ਭੇਤੀ ਹੈ। ਮੈਂ ਆਪਾਂ ਕਿਉਂ ਤੇਲ ਮਚਵਾਈਏ, ਸਰਕਾਰ ਦਾ ਤੇਲ ਥੋੜਾ ਸਾਡਾ ਹੁੰਦਾ ਹੈਗਾ, ਇਹ ਹੁੰਦਾ ਹੈਗਾ। ਮੈਂ ਉੱਥੋਂ ਮਤਲਬ ਮੈਂ ਕਿਹਾ ਵੀ ਕਿਉਂ ਰੋਕਦੇ ਹੋ ਤੁਸੀਂ, ਉੱਥੇ ਸਾਡੀ ਤੂੰ ਮੈਂ ਹੋਈ ਹੈ।
ਤਾਂ ਉੱਥੇ ਤੂੰ ਮੈਂ ਹੋਈ ਹੈ ਤਾਂ ਹਾਲਾਂਕਿ ਕਿਸਾਨ ਆਗੂ ਜਿਸ ਤਰੀਕੇ ਨਾਲ ਆਪਣੀ ਇਹ ਪ੍ਰਾਈਵੇਟ ਗੱਡੀ ਦੇ ਉੱਤੇ ਆਉਂਦੇ ਨੇ ਤਾਂ ਅੱਜ ਇਹਨਾਂ ਦੀ ਗੱਡੀ ਨੂੰ ਜਿਹੜਾ ਹੈਗਾ ਰਸਤੇ ਦੇ ਵਿੱਚ ਰੋਕਿਆ ਗਿਆ ਤਾਂ ਸ਼ੀਸ਼ਾ ਜਿਹੜਾ ਹੈਗਾ ਉਹ ਵੀ ਤੋੜ ਦਿੱਤਾ ਤਾਂ ਦੇਖੋ ਆ ਤਸਵੀਰ ਹੈਗੀ ਹੈ ਦਿੱਲੀ ਪੁਲਿਸ ਦੀ, ਦਿੱਲੀ ਪ੍ਰਸ਼ਾਸਨ ਦੀ। ਤਾਂ ਰੁਲਦੂ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਵੀ ਮੌਜੂਦ ਹੁੰਦੇ ਨੇ। ਤਾਂ ਕੀ ਹੋਇਆ ਕਿ ਰੁਲਦੂ ਸਿੰਘ ਹੁਣੀ ਜਦੋਂ ਆ ਰਹੇ ਸੀਗੇ ਕੀ ਰਸਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਤੇ ਕਿਉਂ ਇਹ ਗੱਡੀ ਦੇ ਸ਼ੀਸ਼ੇ ਤੱਕ ਨੂੰ ਜਿਹੜਾ ਹੈਗਾ ਤੋੜਨ ਦੀ ਉਹਨਾਂ ਨੂੰ ਨੌਬਤ ਪੈ ਗਈ? ਆ ਰਿੰਗ ਰੋਡ ਤੇ ਅਸੀਂ ਆ ਰਹੇ ਸੀ, ਉਹ ਪਹਿਲਾਂ ਵੀ ਇੱਕ ਦੋ ਵਾਰਾਂ ਪੁਲਿਸ ਵਾਲੇ ਘੇਰ ਲੈਂਦੇ ਸੀਗੇ, ਝੰਡੇ ਝੁੰਡੇ ਪਿੱਛੇ ਵੀ ਸਾਡਾ ਪੰਗਾ ਪਿਆ ਹੈ। ਅੱਜ ਵੀ ਉਹ ਰੋਕਦੇ ਸੀ, ਅਸੀਂ ਥੋੜੀ ਜਿਹੀ ਗੱਡੀ ਅੱਗੇ ਲਗਾ ਲਈ, ਉਹਨਾਂ ਨੇ ਗਰਮਾ ਪਤਾ ਰੱਖਿਆ ਸੀ, ਪਤਾ ਨਹੀਂ ਸਾਡੇ ਤੇ ਕੀ ਹੋਈ ਸੀ, ਉਹਨੂੰ ਆ ਕੇ ਇਹਦੇ ਡੰਡਾ ਮਾਰਿਆ ਤਾਂ ਅਸੀਂ ਤਾਂ ਟੁੱਟ ਗਿਆ ਹਮਾਰਾ। ਫਿਰ ਉਹਨਾਂ ਦੇ ਸਾਥ ਤੁਸੀਂ ਪਿਛਲੀ ਸੀਟ ਦੇ ਉੱਤੇ ਹੀ ਬੈਠੇ ਹੋਏ ਸੀ, ਕੋਈ ਸੱਟ ਪੇਟ ਤਾਂ ਤੁਹਾਡੇ ਤਾਂ ਨਹੀਂ ਲੱਗੀ ਹੈਗੀ? ਮੈਂ ਮੂਹਰੇ ਸੀਗਾ, ਪਿੱਛੇ ਨਹੀਂ ਸੀ, ਸੱਟ ਪੇਟ ਕੋਈ ਨਹੀਂ ਲੱਗੀ, ਸੀਸਾ ਜ਼ਰੂਰ ਤੁਹਾਡੇ ਸਾਹਮਣੇ ਟੁੱਟਿਆ ਪਿਆ। ਤਾਂ ਉਸ ਤੋਂ ਬਾਅਦ ਗੱਡੀ ਰੋਕ ਕੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਇਹਦਾ ਤੋੜਨ ਦਾ ਕਾਰਨ ਕੀ ਰਿਹਾ ਹੈਗਾ ਔਰ ਇਹਦਾ ਕੌਣ ਹਰਜਾਨਾ ਭਰੂਗਾ, ਕੌਣ ਸ਼ੀਸ਼ਾ ਜਿਹੜਾ ਹੈਗਾ ਸਹੀ ਕਰਾਊਗਾ? ਇਹ ਤਾਂ ਕਿਸੇ ਦੀ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਹੁੰਦਾ ਕਿ ਸ਼ੀਸ਼ਾ ਜਿਹੜਾ ਹੈਗਾ ਗੱਡੀ ਦਾ ਕੋਈ ਤੋੜ ਦੇਵੇ ਪੁਲਿਸ ਮੁਲਾਜ਼ਮ। ਹਾਲਾਂਕਿ ਰੋਕ ਕੇ ਚਲਾਨ ਕੱਟ ਸਕਦਾ ਹੈਗਾ ਪਰ ਸ਼ੀਸ਼ਾ ਕੋਈ ਤੋੜਨ ਦਾ ਕਿਸੇ ਨੂੰ ਅਧਿਕਾਰ ਤਾਂ ਹੈਗਾ ਹੀ। ਜਦੋਂ ਸਰਕਾਰ ਕਰਵਾਈ ਹੋਈ ਹੈ ਕਿਸਾਨਾਂ ਤੋਂ, ਉਹ ਪੁਲਿਸ ਨੂੰ ਵੀ ਖੁੱਲੀ ਛੁੱਟੀ ਦੇ ਸਕਦੀ ਹੈ, ਕੁਝ ਵੀ ਕਰਾ ਸਕਦੀ ਹੈ ਸਰਕਾਰ। ਕਰਵਾਈ ਹੋਈ ਹੈ ਸਰਕਾਰ ਇਸ ਵਕਤ, ਇਸ ਕਰਕੇ ਉਹਨਾਂ ਨੂੰ ਕੋਈ ਸਾਡੇ ਤੇ ਗੁੱਸਾ ਸੀ ਪ੍ਰਤੀ ਉਹਨਾਂ ਨੇ ਸੀਸਾ ਤੋਂ ਕਿਹਨਾਂ ਤਾਂ ਜਾਨਲੇਵਾ ਹਮਲਾ ਹੀ ਆਪਾਂ ਇਸ ਨੂੰ ਕਹਿ ਸਕਦੇ ਹਾਂ। ਜਿਸ ਤਰੀਕੇ ਨਾਲ ਸ਼ੀਸ਼ਾ ਤੋੜਿਆ ਹੈਗਾ ਕੰਚ ਅੱਗੇ ਵੀ ਕਿਤੇ ਲੱਗ ਸਕਦਾ ਸੀਗਾ, ਕੋਈ ਸੱਟ ਪੇਟ ਵੀ ਲੱਗ ਸਕਦੀ ਸੀ। ਉਹ ਤਾਂ ਹੋ ਹੀ ਸਕਦਾ, ਕੁਝ ਵੀ ਹੋ ਸਕਦਾ ਸੀ ਜਦੋਂ ਕਿਸੇ ਫਿਰ ਤਾਂ ਮੁੱਦਾ ਵੀ ਫਿਰ ਅੰਦਰ ਚੁੱਕਿਆ ਜਾਊਗਾ ਕਿ ਆਹ ਦੇਖੋ ਕਿਸਾਨ ਆਗੂ ਨੂੰ ਆਂਦਿਆਂ ਨੂੰ ਰੋਕਿਆ ਜਾਂਦਾ, ਗੱਡੀਆਂ ਦੇ ਸ਼ੀਸ਼ੇ ਤੱਕ ਜਿਹੜੇ ਨੇ ਉਹ ਤੋੜੇ ਜਾਂਦੇ ਨੇ। ਸ਼ਾਇਦ ਅੱਜ ਪ੍ਰਧਾਨ ਜੀ ਅੰਦਰ ਜਾਂਦੇ ਹੀ ਨਹੀਂ ਹੈਗੇ, ਪੂਰੇ ਗੁੱਸੇ 'ਚ ਨੇ, ਘਬਰਾਏ ਹੋਏ ਨੇ ਵੀ ਇਸ ਗੱਲ ਤੋਂ ਵੀ ਸਰਕਾਰ ਕਰ ਕੀ ਰਹੀ ਹੈ, ਕਿਸਾਨਾਂ ਦਾ ਕਿਉਂ ਨਹੀਂ ਕਹਿਣਾ ਮੰਨ ਰਹੀ, ਕਿਉਂ ਕਿਸਾਨ ਪਰੇਸ਼ਾਨ ਕਰ ਰਹੇ ਹੈ। ਅੰਦਰ ਜਾਣ ਦਾ ਵੀ ਮੂਡ ਨਹੀਂ ਹੈ। ਮੂਡ ਨਹੀਂ ਹੈ ਐਸੀ। ਤੁਹਾਡਾ ਵੀ ਮਨ ਜਿਹਾ ਭਰਿਆ ਲੱਗ ਰਿਹਾ ਹੈਗਾ ਕਿ ਪਰੇਸ਼ਾਨ ਹੋ ਜਾਂਦਾ ਬੰਦਾ ਜਦੋਂ ਇਹੋ ਜਿਹੇ ਟੌਰਚਰ ਕੀਤੇ ਜਾਂਦੇ ਨੇ? ਗੁੱਸਾ ਤਾਂ ਆਉਂਦਾ ਹੀ ਹੈ ਇਸ ਕਰਕੇ। ਠੀਕ ਹੈ, ਤਾਂ ਗੁੱਸਾ ਆਉਂਦਾ ਹੈਗਾ। ਹਾਲਾਂਕਿ ਤੁਸੀਂ ਆ ਵੇਖ ਸਕਦੇ ਹੈਗੇ ਹੋ ਕਿ ਕਿਵੇਂ ਕਿਸਾਨ ਆਗੂ ਜਿਹੜੇ ਇੱਥੇ ਮੌਜੂਦ ਹੈਗੇ ਨੇ ਆ ਸ਼ੀਸ਼ਾ ਤੱਕ ਜਿਹੜਾ ਹੈਗਾ ਇਹਨਾਂ ਦਾ ਤੋੜ ਦਿੱਤਾ। ਕਹਿੰਦੇ ਕਿ ਪ੍ਰਧਾਨ ਉਹਨਾਂ ਦਾ ਗੁੱਸਾ ਹੈਗਾ, ਜ਼ਰੂਰ ਹੈਗਾ। ਗੁੱਸਾ ਇਸ ਕਰਕੇ ਹੈ ਕਿਉਂਕਿ ਉਹਨਾਂ ਨੂੰ ਰਸਤੇ ਦੇ ਵਿੱਚ ਜਾਂਦੇ ਹੋਏ ਰੋਕਿਆ ਤੇ ਗੱਡੀ ਦਾ ਸ਼ੀਸ਼ਾ ਤੱਕ ਜਿਹੜਾ ਹੈਗਾ ਉਹ ਤੋੜ ਦਿੱਤਾ। ਵੱਡੀ ਗੱਲ ਹੈਗੀ ਹੈ ਕਿ ਜਦੋਂ ਕਿਸਾਨ ਆਗੂ ਆ ਰਹੇ ਨੇ, ਪਤਾ ਹੈ ਕੱਲੀ ਪੁਲਿਸ ਮੁਲਾਜ਼ਮ ਨੂੰ ਰੂਟ ਜਦੋਂ ਆ ਰਿਹਾ ਹੁੰਦਾ ਹੈ, ਗੱਡੀਆਂ ਦੇ ਨੰਬਰ ਨੋਟ ਹੁੰਦੇ ਨੇ, 150 ਨੰਬਰ ਹੈ, ਕੋਈ ਔਖਾ ਨੰਬਰ ਵੀ ਨਹੀਂ ਹੈਗਾ, ਫੋਟੋਆਂ ਲੱਗੀਆਂ ਹੋਈਆਂ, ਐਦਾਂ ਨਹੀਂ ਹੈਗਾ ਕਿ ਕੋਈ ਗੱਡੀ ਦੀ ਪਛਾਣ ਨਾ ਹੋਵੇ। ਆ ਦੇਖੋ ਇੱਥੇ ਬਕਾਇਦਾ ਸਾਈਡ ਦੇ ਉੱਤੇ ਇਹਨਾਂ ਨੇ ਆਪਣੀ ਫੋਟੋ ਵੀ ਲਗਾਈ ਹੋਈ ਹੈ ਕਿ ਕਿਹੜੀ ਜਥੇਬੰਦੀ ਤੋਂ ਅਸੀਂ ਹੈਗੇ ਆ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ। ਤਾਂ ਉਹ ਫੋਟੋ ਵੀ ਬਕਾਇਦਾ ਲਗਾਈ ਹੋਈ ਹੈ। ਤਾਂ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਇਹ ਖਾਸ ਤੌਰ ਦੇ ਉੱਤੇ 11ਵੀਂ ਮੀਟਿੰਗ ਹੈ, 11ਵੀਂ ਮੀਟਿੰਗ ਹੈ ਤੇ 11 ਵਾਰ ਇਹਨਾਂ ਨੂੰ ਇੱਥੇ ਆਉਂਦਿਆਂ ਨੂੰ ਹੋ ਗਏ ਨੇ, 11 ਵਾਰ ਇਹਨਾਂ ਨੂੰ ਆਉਂਦਿਆਂ ਹੋਏ ਹੋ ਗਏ ਨੇ। ਪਰ ਇਹ ਲਗਾਤਾਰ ਇੱਥੇ ਆਪਣੀ ਹੀ ਗੱਡੀ ਤੇ ਆਉਂਦੇ ਨੇ ਕਿਉਂਕਿ ਤੁਰਨ ਫਿਰਨ ਦੇ ਵਿੱਚ ਵੀ ਇਹਨਾਂ ਨੂੰ ਦਿੱਕਤ ਹੈਗੀ ਹੈ, ਇਸ ਕਰਕੇ ਖੁੰਡੇ ਦਾ ਵੀ ਇਸਤੇਮਾਲ ਕਰਦੇ ਨੇ, ਤੁਰਦੇ ਜਿਹੜਾ ਹੈ ਉਹ ਸਹਾਰਾ ਲੈ ਕੇ ਨੇ। ਤਾਂ ਉਸ ਦੇ ਬਾਵਜੂਦ ਜਿਹੜਾ ਹੈ ਇਹਨਾਂ ਦੀ ਗੱਡੀ ਨੂੰ ਐਵੇਂ ਰੋਕਣਾ ਤੇ ਸ਼ੀਸ਼ਾ ਤੋੜ ਦੇਣਾ, ਇਹ ਵੀ ਬਹੁਤ ਚੀਜ਼ ਜਿਹੜੀ ਹੈਗੀ ਹੈ ਬਿਆਨ ਕਰਦਾ ਕਿ ਇਹ ਅਧਿਕਾਰ ਪੁਲਿਸ ਪ੍ਰਸ਼ਾਸਨ ਨੂੰ ਕਿਸਨੇ ਦੇ ਦਿੱਤਾ ਕਿ ਉਹ ਕਿਸਾਨ ਆਗੂ ਦੀ ਗੱਡੀ ਤੱਕ ਨੂੰ ਜਿਹੜਾ ਹੈਗਾ ਉਹ ਹਮਲਾ ਕਰ ਦੇਵੇ, ਉਸ ਨੂੰ ਜਿਹੜਾ ਹੈਗਾ ਤੋੜ ਦੇਵੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ 26 ਜਨਵਰੀ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਪੰਜਾਬ 'ਚ ਕਈ ਥਾਈਂ ਅੱਜ ਵੀ ਟਰੈਕਟਰ ਮਾਰਚ ਕੱਢੇ ਗਏ ਅਤੇ ਲੋਕਾਂ ਨੂੰ ਟਰੈਕਟਰ ਪਰੇਡ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨ ਜਥੇਬੰਦੀਆਂ ਨੇ ਆਪਣਾ ਰੋਸ ਜ਼ਾਹਿਰ ਕੀਤਾ। ਦਿੱਲੀ ਦੇ ਕਿਸਾਨ ਅੰਦੋਲਨ ਨੇ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਨੇ। ਉਹਨਾਂ ਨੂੰ ਆਪਣੀ ਜਿੱਤ ਦਾ ਪੂਰਾ ਯਕੀਨ ਹੈ ਅਤੇ ਹੁਣ ਉਹਨਾਂ ਵੱਲੋਂ 26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ। ਇਸੇ ਦੇ ਤਹਿਤ ਅੱਜ ਸ਼ੰਭੂ ਬਾਰਡਰ ਤੋਂ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਵੱਖ-ਵੱਖ ਪਿੰਡਾਂ 'ਚੋਂ ਗੁਜ਼ਰਦਾ ਹੋਇਆ ਫੁਹਾਰਾ ਚੌਕ ਵਿਖੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਅੰਦੋਲਨ ਦੀ ਜਿੰਨੀ ਪ੍ਰਸ਼ੰਸਾ ਦੇਸ਼ ਵਿਦੇਸ਼ਾਂ 'ਚ ਹੋ ਰਹੀ ਹੈ, ਉਨੀ ਹੀ ਮੋਦੀ ਸਰਕਾਰ ਦੀ ਬੇਇੱਜ਼ਤੀ ਹੋ ਰਹੀ ਹੈ। ਕਿਸਾਨਾਂ ਮੁਤਾਬਕ ਹੁਣ ਮੋਦੀ ਸਰਕਾਰ ਨੂੰ ਆਪਣੀ ਜਿੱਦ ਛੱਡਣੀ ਚਾਹੀਦੀ ਹੈ ਅਤੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਟਰੈਕਟਰ ਪਰੇਡ ਜਿਹੜੀ ਅਸੀਂ ਕੱਢੀ ਆ, ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜੀ 26 ਤਰੀਕ ਨੂੰ ਸਾਂਝਾ ਕਿਸਾਨ ਮੋਰਚਾ ਦਿੱਲੀ 26 ਤਰੀਕ ਨੂੰ ਕਰ ਰਿਹਾ ਟਰੈਕਟਰਾਂ ਦੀ ਪਰੇਡ, ਉਹਦੀ ਰਿਹਰਸਲ ਆ। ਕਿਉਂਕਿ ਸਾਡੇ ਇਹ ਟਰੈਕਟਰ ਜਿੰਨੇ ਵੀ ਇੱਥੇ ਅੱਜ ਪਰੇਡ 'ਚ ਸ਼ਾਮਲ ਹੋਏ ਆ, ਇਹਨਾਂ ਨੇ ਸਾਰਿਆਂ ਨੇ ਦਿੱਲੀ ਜਾਣਾ। ਉਹਨਾਂ ਨੂੰ ਇੱਕ ਸਿਖਲਾਈ ਦਿੱਤੀ ਅੱਜ। ਇਹ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਇੱਕ ਪਿੰਡ 'ਚੋਂ ਸਾਡੇ ਸ਼ੰਭੂ ਕਲਾਂ ਪਿੰਡਾਂ 15 ਟਰੈਕਟਰ ਆਏ ਉਸ ਪਿੰਡ 'ਚੋਂ, ਇਕੱਲੇ 'ਚੋਂ 12,500 ਪਿੰਡ ਆ। ਤੁਸੀਂ ਆਪ ਗੁਣਾ ਲਾ ਲਓ, ਮੈਨੂੰ ਇੰਨਾ ਪਤਾ ਨਹੀਂ
ਵੀ ਕਿੰਨੇ ਟਰੈਕਟਰ ਬਣਨਗੇ, ਲਾ ਲਓ ਜਾਂ ਕਿੰਨਾ ਹੋਊਗਾ। ਕਿੰਨਾ ਕੁ ਨੌਜਵਾਨਾਂ ਨੇ ਕਿੰਨੀ ਕੁ ਸ਼ਿਰਕਤ ਕੀਤੀ ਹੈ? ਸਾਰੇ ਨੌਜਵਾਨ ਆ ਜੀ, ਨੌਜਵਾਨਾਂ ਦਾ ਤਾਂ ਜਿਹੜਾ ਅੱਜ ਸੰਘਰਸ਼ ਚੱਲ ਰਿਹਾ ਹੈ ਇਹ ਨੌਜਵਾਨਾਂ ਦੀ ਮਿਹਨਤ ਦਾ ਸਿੱਟਾ ਹੈ। ਅਸੀਂ ਤਾਂ ਬੁੜੇ ਅਸੀਂ ਤਾਂ ਬੁੜੇ ਠੇਰੇ ਠੱਕੇ ਆਦਮੀ, ਜਿੱਥੇ ਸਾਨੂੰ ਰੋਕ ਲਿਆ ਜੇ ਉੱਥੇ ਹੀ ਬਹਿ ਜਾਣਾ ਸੀ, ਪਰ ਜਿਹੜਾ ਅਸੀਂ ਦਿੱਲੀ ਪਹੁੰਚਿਆ ਇਹ ਨੌਜਵਾਨਾਂ ਦੀ ਹਿੰਮਤ ਦੇ ਸਦਕਾ ਪਹੁੰਚਿਆ ਸੀ ਦਿੱਲੀ। ਇਹ ਕੇਂਦਰ ਸਰਕਾਰ ਬੜੀ ਨਲਾਇਕ ਸਰਕਾਰ ਆ। ਹੁਣ ਤੁਸੀਂ ਦੇਖ ਲਓ ਸਾਡਾ ਜਿਹੜਾ ਘੋਲ ਆ ਸਾਰੀ ਦੁਨੀਆ ਵਿੱਚ ਇਹਦੀ ਸਿਫਤ ਹੋ ਰਹੀ ਆ ਵੀ ਜ਼ਬਰਦਸਤ ਸਬਰ ਨਾਲ ਇਹ ਮੁਕਾਬਲਾ ਕਰ ਰਹੇ ਆ, ਸ਼ਾਂਤਮਈ ਆ, ਕਿੰਨਾ ਲੰਬਾ ਹੈ ਔਰ ਕਿੰਨੀ ਗਿਣਤੀ ਆ, ਪਰ ਜਿੰਨੀ ਸਾਡੇ ਘੋਲ ਦੀ ਉੱਤੇ ਬਾਹਰ ਸਮਰਥ ਪ੍ਰਸ਼ੰਸਾ ਹੋ ਰਹੀ ਆ ਉਨੀ ਉਹ ਮੇਦੀ ਸਰਕਾਰ ਦੀ ਬੇਇੱਜ਼ਤੀ ਹੋ ਰਹੀ ਆ। ਇਹਨੂੰ ਬੇਇੱਜ਼ਤੀ ਕਰਾਉਣ ਦਾ ਨਜ਼ਾਰਾ ਆ ਰਿਹਾ ਨਾ, ਆਪਣੀ ਬੇਇੱਜ਼ਤੀ ਨੂੰ ਲੰਬੀਆਂ ਕਰਕੇ ਕਿਸ਼ਤਾਂ 'ਚ ਪਵਾ ਕੇ। ਇਹ ਸੰਘਰਸ਼ ਨੇ ਤਾਂ ਜੀ ਸਾਨੂੰ ਜ਼ਿੰਦਗੀ 'ਚ ਨਜ਼ਾਰਾ ਲਿਆ ਤਿਆ। ਅਸੀਂ ਅੱਗੇ ਕੋਈ ਧਰਨਾ ਲਾਉਂਦੇ ਹੋ ਸੀ ਪਿੰਡਾਂ 'ਚ ਜਾ ਕੇ ਕਿਸਾਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹੁੰਦੇ ਵੀ ਭਾਈ ਚਲੋ, ਪਰ ਇਹ ਕੁਦਰਤ ਨੇ ਇਹੋ ਜਿਹਾ ਰੰਗ ਵਰਤਾਇਆ ਹੁਣ ਪਿੰਡਾਂ ਦੇ ਲੋਕ ਸਾਨੂੰ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ ਦਿੱਲੀ। ਅੱਗੇ ਅਸੀਂ ਕਹਿੰਦੇ ਹੁੰਦੇ ਵੀ ਚਲੋ, ਹੁਣ ਲੋਕ ਸਾਨੂੰ ਕਹਿੰਦੇ ਬੀਬੀਆਂ ਬਹੁਤ ਸ਼ਾਮਲ ਨਾ ਪਿੰਡਾਂ ਦੀਆਂ। ਮੈਨੂੰ ਪਿੰਡਾਂ ਦਾ ਇਹਨਾਂ ਦਾ ਮੈਂ ਭੇਤ ਨਹੀਂ, ਬਹੁਤ ਬੀਬੀਆਂ ਸ਼ਾਮਲ ਹੈ। 3-4 ਇਹ ਆਪਣੇ ਸ਼ੰਭੂ ਬੈਰੀਅਰ ਤੋਂ ਲੈ ਕੇ ਪਿੰਡਾਂ ਦਾ ਮੈਨੂੰ ਨਾਂ ਪਤਾ ਨਹੀਂ। ਸ਼ੰਭੂ ਤੋਂ ਆਪਾਂ ਰਾਜਗੜ੍ਹ ਨੂੰ ਚੱਲੇ ਆ, ਰਾਮਨਗਰ ਸੈਣੀਆਂ, ਛੱਪਾ, ਇਹਨਾਂ ਪਿੰਡਾਂ ਸੁਨੇਹਾ ਸੀ ਇਹੀ ਦਿੱਤਾ ਵੀ ਜਿਹੜੀ 26 ਤਰੀਕ ਨੂੰ ਆਪਣੇ ਕਿਸਾਨਾਂ ਦੀ ਟਰੈਕਟਰ ਪਰੇਡ ਕਰਨੀ ਆ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ। ਅਸੀਂ ਤਾਂ ਇੱਥੇ ਤੱਕ ਕਿਹਾ ਵੀ ਹਰੇਕ ਪਰਿਵਾਰ 'ਚੋਂ ਇੱਕ ਬੰਦਾ ਜ਼ਰੂਰ ਜਾਣਾ ਚਾਹੀਦਾ। ਉਧਰ ਨਕੋਦਰ ਵਿਖੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਟਰੈਕਟਰ ਮਾਰਚ ਵਿੱਚ ਨਕੋਦਰ ਹਲਕੇ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਹਿੱਸਾ ਲੈ ਰਹੇ ਸਨ। ਕੇਂਦਰ ਸਰਕਾਰ ਦਾ ਪੁਤਲਾ ਫੂਕਣ ਤੋਂ ਬਾਅਦ ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ। ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨਾਲ ਕੁਝ ਵਪਾਰਕ ਘਰਾਣਿਆਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ, ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। 26 ਜਨਵਰੀ ਨੂੰ ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਤਿਹਾਸਿਕ ਟਰੈਕਟਰ ਪਰੇਡ ਕੱਢੀ ਜਾਵੇਗੀ, ਜਿਸ ਦੇ ਅਭਿਆਸ ਵਜੋਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਸਾਡੇ ਨਕੋਦਰ ਹਲਕੇ ਦੇ ਸਾਰੇ ਕਿਸਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੋ ਅਸੀਂ ਕਿਸਾਨ ਅੰਦੋਲਨ ਚੱਲ ਰਿਹਾ ਆ, ਸਾਡੇ ਦਿਲ ਦੇ ਵਿੱਚ ਦਰਦ ਆ। ਸਾਡੇ ਵੀਰ ਭਰਾ ਜਿਹੜੇ 2-3 ਮਹੀਨੇ ਤੋਂ ਦਿੱਲੀ ਵਿੱਚ ਬੈਠੇ ਆ, ਉਹਨਾਂ ਨੇ 26 ਤਰੀਕ ਦਾ ਐਲਾਨ ਕੀਤਾ ਸੀ ਮਾਰਚ ਦਾ। ਉਹ ਮਾਰਚ ਦੇ ਸੰਬੰਧ ਵਿੱਚ ਅਸੀਂ ਜਿਹੜਾ ਅੱਜ ਨਕੋਦਰ ਵਿੱਚ ਇਹ ਜਿਹੜਾ ਅਸੀਂ ਮਾਰਚ ਲਿਖਿਆ ਆ 26 ਤਰੀਕ ਨੂੰ ਦਿੱਲੀ ਚੱਲੋ। ਸਾਡਾ ਨਾਰਾ ਇੱਕੋ ਇੱਕ, ਪਾਰਟੀਬਾਜ਼ੀ ਇੱਥੇ ਛੱਡੋ, 26 ਤਰੀਕ ਦਿੱਲੀ ਚੱਲੋ, ਕਿਉਂਕਿ ਸਾਡੀ ਜਿਹੜੀ ਕਿਸਾਨੀ ਆ ਇਹ ਡੁੱਬਦੀ ਜਾ ਰਹੀ ਆ। ਅਸੀਂ ਕਿਸਾਨੀ ਜਵਾਨੀ ਪੰਜਾਬ ਬਚਾਉਣ ਲਈ ਕਿਸਾਨ ਜਥੇਬੰਦੀਆਂ ਸਾਥ ਦੇਣ ਲਈ ਇਹ ਮਾਰਚ ਕੀਤਾ ਆ। 26 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਆ। ਦਿੱਲੀ ਦੇ ਸੰਬੰਧ ਵਿੱਚ ਸਾਡਾ ਇਹ ਮਾਰਚ ਬੇਨਤੀ ਆ ਵੀ ਜਿਹੜਾ ਉਹਨਾਂ ਨੇ 2 ਸਾਲ ਨਹੀਂ ਲਟਕਾਇਆ ਆ, ਉਹਨਾਂ ਦੀ ਜਿਹੜੀ ਅੰਦਰਲੀ ਆਤਮਾ ਜਿਹੜੀ ਆ ਉਹ ਥਿਰਕ ਚੁੱਕੀ ਆ ਸਰਕਾਰ ਦੀ। ਸਰਕਾਰ ਆਪਣੇ ਆਪ 'ਚ ਅੰਦਰੋਂ ਅੰਦਰੀ ਮੰਨ ਚੁੱਕੀ ਆ ਕਾਨੂੰਨ ਰੱਦ ਕਰਨ ਲਈ। ਦੇਖੋ ਤੁਸੀਂ 26 ਤਰੀਕ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਹਰਿਆਣੇ ਵਾਲਿਆਂ ਨੂੰ ਬਹੁਤ ਵੱਡੀ ਖੁਸ਼ਖਬਰੀ ਦੇਖਣ ਨੂੰ ਮਿਲੂਗੀ। ਸੁਣਨ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਦੀ ਹੋਈ ਆਪਣਾ ਜਿਹੜਾ ਕਾਨੂੰਨ ਇਹ ਵਾਪਸ ਲੈ ਰਹੀ। ਪੁਤਲਾ ਇਹ ਸਰਕਾਰ ਮਰ ਚੁੱਕੀ ਆ, ਲੋਕਾਂ ਦੀ ਮਰੀ ਹੋਈ ਸਰਕਾਰ ਆ। ਇਹ ਡਾਨੀਆਂ ਤੇ ਵਾਨੀਆਂ ਦੀ ਸਰਕਾਰ ਆ, ਇਹ ਲੋਕਾਂ ਦੀ ਸਰਕਾਰ ਨਹੀਂ ਆ। ਮਰੇ ਹੋਈ ਸਰਕਾਰ ਦਾ ਪੁਤਲਾ ਹਮੇਸ਼ਾ ਹੀ ਫੂਕਿਆ ਜਾਂਦਾ ਆ। ਪੁਤਲੇ ਉਹਨਾਂ ਲੋਕਾਂ ਦੇ, ਉਹਨਾਂ ਸਰਕਾਰਾਂ ਦੇ ਫੂਕੇ ਜਾਂਦੇ ਆ ਜੋ ਲੋਕਾਂ ਦੀਆਂ ਨਜ਼ਰਾਂ 'ਚ ਮਰ ਚੁੱਕੀਆਂ ਹੁੰਦੀਆਂ। ਇਹ ਲੋਕਾਂ ਦੇ, ਦੁਨੀਆ ਦੀ ਨਜ਼ਰ ਸਰਕਾਰ, ਮੋਦੀ ਸਰਕਾਰ ਮਰ ਚੁੱਕੀ ਆ। ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ, ਸਰਕਾਰ ਜਾਂ ਸੁਪਰੀਮ ਕੋਰਟ ਦਾ ਕੋਈ ਹੁਕਮ ਉਹਨਾਂ ਨੂੰ ਪਰੇਡ ਕੱਢਣ ਤੋਂ ਨਹੀਂ ਰੋਕ ਸਕਦਾ। ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਹ ਇਹ ਟਰੈਕਟਰ ਪਰੇਡ ਜ਼ਰੂਰ ਕੱਢਣਗੇ। ਦਿੱਲੀ ਵਿਖੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਭਾਗ ਲੈਣ ਲਈ ਕਿਸਾਨਾਂ ਦਾ ਜਥਾ ਅੱਜ ਗੁਰਦਾਸਪੁਰ ਤੋਂ ਰਵਾਨਾ ਹੋਇਆ। ਇਸ ਜਥੇ 'ਚ ਸ਼ਾਮਲ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਤੇ ਮੀਂਹ ਤੋਂ ਬਚਣ ਲਈ ਤਰਪਾਲਾਂ ਪਾਈਆਂ ਹੋਈਆਂ ਸਨ। ਇਹ ਕਿਸਾਨ 6 ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਦਿੱਲੀ ਜਾ ਰਹੇ ਨੇ ਅਤੇ ਸਰਕਾਰ ਵੱਲੋਂ ਥੋਪੇ ਗਏ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣ ਦੀ ਗੱਲ ਆਖ ਰਹੇ ਨੇ। ਇਹਨਾਂ ਕਿਸਾਨਾਂ ਦੇ ਟਰੈਕਟਰਾਂ ਲਈ ਮੁਫਤ ਤੇਲ ਦੀ ਸੇਵਾ ਪ੍ਰਸਿੱਧ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਵੱਲੋਂ ਕੀਤੀ ਗਈ। ਅਸੀਂ ਦਿੱਲੀ ਜਾ ਰਹੇ ਹਾਂ ਜੀ। 26 ਜਨਵਰੀ ਦੀ ਦਿੱਲੀ ਤਿਆਰੀ ਹੋ ਰਹੀ ਹੈ। ਅਸੀਂ ਪਿੰਡ ਵਿੱਚੋਂ ਇੱਕ ਟਰਾਲੀ ਤਿਆਰ ਕੀਤੀ ਹੈ ਜੀ, ਤੇ ਅਸੀਂ ਦਿੱਲੀ ਜਾ ਰਹੇ ਹਾਂ ਮਾਰਚ ਵਾਸਤੇ। ਕਾਲੇ ਕਾਨੂੰਨਾਂ ਨੂੰ ਰੋਕਣ ਵਾਸਤੇ ਦਿੱਲੀ ਜਾ ਰਹੇ ਹਾਂ ਜੀ। ਦੇਖੋ ਜੀ, ਸਾਡਾ ਇੰਤਜ਼ਾਮ ਦੇ ਕੱਪੜੇ ਪਾਏ ਹੋਏ ਆ, ਫਿਰ ਵੀ ਅਸੀਂ ਨੱਕੇ ਮੋੜਨ ਵਾਲੇ ਆ। ਠੰਡ ਸਾਨੂੰ ਘੱਟ ਲੱਗਦੀ ਹੈ। ਅਸੀਂ ਰਲ ਮਿਲ ਕੇ ਟਰਾਲੀ 'ਚ ਵੀ ਜਾਵਾਂਗੇ, ਟਰੈਕਟਰ ਚਲਾਵਾਂਗੇ, ਕੋਈ ਗੱਲ ਨਹੀਂ, ਸਾਨੂੰ ਠੰਡ ਦੀ ਕੋਈ ਪਰਵਾਹ ਨਹੀਂ ਜੀ। ਕੋਈ ਸਰਕਾਰ ਨੂੰ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਰੱਦ ਕਰੋ ਤੇ ਅਸੀਂ ਆਪਣੇ ਘਰਾਂ ਨੂੰ ਜਾਈਏ। ਜੋ ਅਸੀਂ ਫੈਸਲਾ ਕੀਤਾ ਵੀ 26 ਤਰੀਕ ਨੂੰ ਜਿਹੜੀ ਪਰੇਡ ਮਾਰਚ ਕਰਨੀ ਹੈ ਦਿੱਲੀ ਦੇ ਵਿੱਚ, ਉਹਦੇ ਸਬੰਧ ਵਿੱਚ ਅਸੀਂ
40 ਤੋਂ ਵੱਧ ਟਰੈਕਟਰ ਜਿਹੜੇ ਇੱਥੋਂ ਬਟਾਲੇ ਤੋਂ ਲਾਗੇ ਦੇ ਇਲਾਕੇ ਤੋਂ ਤੋਰ ਰਹੇ ਆ। ਸੋ ਅਸੀਂ ਇੱਥੇ ਆਣ ਕੇ ਖਲੋ ਗਏ ਆ। ਇਹਨਾਂ ਦੀ ਸੇਵਾ ਸਾਡੇ ਡਾਕਟਰ ਸਾਹਿਬ ਨਵਤੇਜ ਸਿੰਘ ਜੀ ਗੱਗੂ ਉਹ ਇੱਕ ਨਿਭਾ ਰਹੇ ਆ ਔਰ ਬੜਾ ਵਧੀਆ ਉਪਰਾਲਾ ਉਹਨਾਂ ਸਾਨੂੰ ਪ੍ਰੇਰਨਾ ਦਿੱਤੀ ਆ ਵੀ ਤੁਸੀਂ ਲੈ ਕੇ ਚੱਲੋ, ਅਸੀਂ ਤੇਲ ਦੀ ਸੇਵਾ ਕਰਾਂਗੇ ਜੀ। ਸਾਡੇ ਕੋਲ ਪੂਰੇ ਇੰਤਜ਼ਾਮ ਆ ਜੀ, ਸਾਨੂੰ ਕਿਤੇ ਰਾਜ ਵੀ ਖਲੋਣਾ ਪੈਂਦਾ ਤੇ ਸਾਡੇ ਕੋਲ ਲੰਗਰ ਪਾਣੀ ਜਿਹੜਾ ਵਾ ਆਪਣਾ ਹੈਗਾ ਵਾ। ਅਸੀਂ ਕਿਸੇ ਤੇ ਨਿਰਭਰ ਨਹੀਂ, ਅਸੀਂ ਸਾਰਾ ਸਮਾਨ ਆਪਣਾ ਨਾਲ ਲੈ ਕੇ ਜਾ ਰਹੇ ਹਾਂ। ਜੇ ਤੇ ਆਪਾਂ ਉੱਥੇ ਪਹੁੰਚ ਜਾਂਦੇ ਤਾਂ ਠੀਕ ਆ, ਜੇ ਰਾਜ ਸਾਨੂੰ ਰੁਕਣਾ ਪੈਂਦਾ ਸਾਨੂੰ ਕੋਈ ਦਿੱਕਤ ਨਹੀਂ, ਪਹੁੰਚਾਂਗੇ ਜ਼ਰੂਰ ਉੱਥੇ ਅਸੀਂ। ਵੇਖੋ ਜੀ ਮੌਸਮ ਵੇਖਦੇ ਹੋਏ ਸਾਨੂੰ ਸਭ ਕੁਝ ਕਰਨਾ ਪਿਆ ਵਾ। ਤਰਪਾਲਾਂ ਪਾਈਆਂ, ਠੰਡ ਦਾ ਮੌਸਮ ਆ, ਆਪਾਂ ਵਿੱਚ ਸੌਣਾ ਵੀ ਹੁੰਦਾ ਵਾ। ਉਹਨਾਂ ਦੇ ਥੱਲੇ ਹੀ ਗੱਦੇ ਸੁੱਟੇ ਆ, ਦਰੀਆਂ ਸੁੱਟੀਆਂ, ਬੰਦੋਬਸਤ ਪੂਰਾ ਕਰਕੇ ਚੱਲ ਰਹੇ ਨੇ। 26 ਜਨਵਰੀ ਨੂੰ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਕੱਢੀ ਜਾ ਰਹੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਬਰਨਾਲਾ ਦੇ ਪਿੰਡਾਂ ਵਿੱਚੋਂ ਤਿਰੰਗਾ ਝੰਡਾ ਅਤੇ ਕਿਸਾਨੀ ਝੰਡੇ ਲਾ ਕੇ ਸੈਂਕੜੇ ਟਰੈਕਟਰਾਂ ਦਾ ਜਥਾ ਦਿੱਲੀ ਲਈ ਰਵਾਨਾ ਹੋ ਗਿਆ। ਇਸ ਮੌਕੇ ਨੌਜਵਾਨ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਐਲਾਨੇ ਖੇਤੀ ਕਾਨੂੰਨਾਂ ਖਿਲਾਫ ਬੋਲਦੇ ਹੋਏ ਕਿਹਾ ਕਿ ਜਲਦ ਤੋਂ ਜਲਦ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਵੇ, ਨਹੀਂ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾਣਗੇ। ਅੱਜ ਪੰਜਾਬ ਦੇਸ਼ ਤੋਂ ਇਲਾਵਾ ਦੁਨੀਆ ਦੇ ਕਈ ਹਿੱਸਿਆਂ ਵਿੱਚ ਵੀ ਵੱਡੇ ਪੱਧਰ ਤੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸਮਾਜ ਦਾ ਹਰ ਵਰਗ ਖੇਤੀ ਕਾਨੂੰਨਾਂ ਖਿਲਾਫ ਇਕਜੁੱਟ ਹੈ। ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਲੋਕਾਂ ਦੀ ਆਵਾਜ਼ ਨਹੀਂ ਸੁਣੀ ਤਾਂ ਇਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਹੋਵੇਗਾ। ਸਾਡੀ ਤਾਂ ਇਹੀ ਖੁਆਇਸ਼ ਹੈ ਜੀ ਵੀ ਜਿਹੜੇ ਸਾਡੇ ਭਰਾ ਦਿੱਲੀ ਬੈਠੇ ਨੇ, ਅਸੀਂ ਵੱਧ ਚੜ ਕੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਈਏ। ਜਿਹੜੀ ਪਹਿਲੀ ਗੱਲ ਤਾਂ ਜਿਹੜੇ ਭਰਾ ਸਾਡੇ ਧਰਨੇ ਤੇ ਡਟੇ ਹੋਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਤੇ ਦੂਜੀ ਗੱਲ, ਜਿਹੜੇ ਸਾਡੇ ਭਰਾ ਨਹੀਂ ਜਾ ਸਕੇ ਉਹਨਾਂ ਦਾ ਹੱਕ ਬਣਦਾ ਸੀਗਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਸੰਘਰਸ਼ ਵਿੱਚ ਆਪਣਾ ਯੋਗਦਾਨ ਦਈਏ। ਸੋ ਸਾਰੇ ਵੀਰਾਂ ਨੇ ਸਾਡੇ ਨਗਰ ਵੱਲੋਂ, ਨਗਰ ਢਿੱਲਵਾਂ ਵੱਲੋਂ, ਸਮੂਹ ਪੰਚਾਇਤਾਂ ਵੱਲੋਂ, ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਪਿੰਡ ਢਿੱਲਵਾਂ ਤੋਂ ਲੈ ਕੇ ਤੱਬਾ ਮੰਡੀ ਵਿੱਚ ਦੀ ਹੁੰਦਾ ਹੈ, ਹੋਰ ਕਈ ਪਿੰਡਾਂ ਵਿੱਚ ਦੀ ਇਹ ਟਰੈਕਟਰ ਰੋਸ ਮਾਰਚ ਕੱਢਿਆ ਜਾਵੇਗਾ। ਸੋ ਸਾਰੇ ਕਿਸਾਨ ਭਰਾ, ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ ਤੇ ਅੱਗੇ ਜਿਵੇਂ ਇਹ ਕਹਿਣਗੇ ਉਸ ਤੋਂ ਬਾਅਦ ਅਸੀਂ ਉਸੇ ਤਰ੍ਹਾਂ ਤਿਆਰ ਹਾਂ। ਤੇ ਕੱਲ ਨੂੰ ਸਾਡੀ ਦਿੱਲੀ ਕੂਚ ਕਰਨ ਦੀ ਫੁੱਲ ਤਿਆਰੀ ਹੈ ਜੀ। ਸਾਡਾ ਮੇਨ ਮਕਸਦ ਆ ਕਾਨੂੰਨਾਂ ਨੂੰ ਰੱਦ ਕਰਾਉਣਾ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਜਿੱਡਾ ਵੀ ਵੱਡਾ ਸੰਘਰਸ਼ ਸਾਨੂੰ ਕਰਨਾ ਪਵੇ ਉਹ ਹੋਵੇਗਾ ਸਾਡਾ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ। ਜਿੰਨਾ ਚਿਰ ਸੈਂਟਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਦਿਨ ਹੋਵੇ ਰਾਤ ਹੋਵੇ, ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ 26 ਜਨਵਰੀ ਨੂੰ ਜਿੱਡਾ ਵੀ ਵੱਡਾ ਕਾਫਲਾ ਹੋ ਸਕਿਆ ਉਹ ਤੋਂ ਵੱਡਾ ਅਸੀਂ ਕਾਫਲਾ ਲੈ ਕੇ ਜਾਵਾਂਗੇ। ਐਸਟੀਮੇਟ ਸਾਡਾ ਹੈਗਾ 170 ਟਰਾਲੀਆਂ ਦਾ, ਜਿਹੜਾ ਅਸੀਂ ਆਪਣੇ ਹਲਕੇ ਦੇ ਵਿੱਚੋਂ ਲਿਜਾ ਰਹੇ ਹਾਂ, ਜਾਣੀ ਕਿ ਸਾਡੇ ਨਗਰ ਮੌੜ ਢਿੱਲਵਾਂ ਦੇ ਵਿੱਚੋਂ। ਉਹ ਅਸੀਂ ਵੱਡੇ ਕਾਫਲੇ ਨਾਲ ਕੂਚ ਕਰ ਰਹੇ ਹਾਂ। ਕੁਛ ਟਰਾਲੀਆਂ ਕੱਲ ਨੂੰ ਕਰ ਰਹੀਆਂ, ਕੁਛ ਪਰਸੋਂ ਨੂੰ ਕਰ ਰਹੀਆਂ, ਕੁਛ ਸਮਾਂ 9 ਵਜੇ ਦੇ ਦਿਨ ਦਾ, ਕਿਸੇ ਦਾ ਰਾਤ ਦਾ ਹੈਗਾ। ਵੱਖੋ ਵੱਖਰੇ ਟਾਈਮ ਤਰੀਕਿਆਂ ਨਾਲ ਅਸੀਂ ਤੁਰ ਰਹੇ ਹਾਂ। ਕਿਸਾਨ ਅੰਦੋਲਨ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਰੂਹ ਨੂੰ ਸਕੂਨ ਦੇਣ ਵਾਲੀਆਂ ਨੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ, ਜਿੱਥੇ ਦੇ 3 ਦੋਸਤ ਇਕੱਠੇ ਇੰਡੀਅਨ ਆਰਮੀ ਵਿੱਚ ਭਰਤੀ ਹੋਏ, ਇਕੱਠੇ ਰਿਟਾਇਰ ਹੋਏ ਅਤੇ ਅੱਜ ਇਕੱਠੇ ਹੀ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਦਿੱਲੀ ਜਾ ਰਹੇ ਨੇ। ਇਹਨਾਂ ਦੋਸਤਾਂ ਨੇ ਆਪਣੇ ਟਰੈਕਟਰ ਪਿੱਛੇ ਛੋਟੀ ਟਰਾਲੀ ਲਗਾਈ ਹੋਈ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਇਹਨਾਂ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ, ਉਹ ਆਪਣੇ ਘਰਾਂ ਨੂੰ ਪਰਤ ਸਕਣ। ਭਾਈ ਅਸੀਂ 15 ਸਾਲ ਨੇਵੀ ਦੀ ਸਰਵਿਸ ਕਰਕੇ ਆਏ ਹਾਂ। ਇਸ ਦੇਸ਼ ਦੀ ਸੇਵਾ ਕੀਤੀ ਹੈ ਜੀ। ਹੁਣ ਟਾਈਮ ਹੈ ਜੀ ਕਿਸਾਨੀ ਦਾ ਸਾਥ ਦੇਣ ਦਾ। ਹੁਣ ਅਸੀਂ ਵੀ 1 ਸਾਲ ਹੋ ਗਿਆ ਨੂੰ ਰਿਟਾਇਰਮੈਂਟ ਆ ਕੇ ਦੇਖਣ ਦੇ ਆ ਜੀ ਕਿ ਕਿਸਾਨੀ ਦਾ ਕੀ ਹੈ ਕੀ ਨਹੀਂ। ਅਸੀਂ ਆਪ ਜ਼ਿਮੀਂਦਾਰਾਂ ਕਰਦੇ ਜੀ ਆ ਕੇ। ਹੁਣ ਅੱਗੇ ਜਥੇਬੰਦੀਆਂ ਦੇ ਨਾਲ ਚੱਲੇ ਆ ਜੀ। ਅੱਗੇ ਸਰਕਾਰਾਂ ਨੂੰ ਇਹੋ ਅਪੀਲ ਕਰਦੇ ਆ ਜੀ, ਜਿਹੜੇ 3 ਕਾਲੇ ਕਾਨੂੰਨ ਨੇ ਜੀ, ਇਹਨੂੰ ਰੱਬ ਸੁੱਖ ਰੱਖੇ ਜੀ, ਰਿਪੀਲ ਕਰਾ ਕੇ ਮੁੰਬੜਾਂਗੇ ਜੀ। ਬਸ ਸਰਕਾਰਾਂ ਨੂੰ ਇਹੋ ਹੀ ਇੱਕ ਬੇਨਤੀ ਹੈ ਜੀ, ਇਹ ਜਲਦੀ ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਰਿਪੀਲ ਕਰੇ। ਲਾਈਕ ਸਰਵਿਸ ਕਰਕੇ ਅਸੀਂ ਇਕੱਠੇ ਰਿਟਾਇਰਮੈਂਟ ਹੋਏ, ਇਕੱਠੇ ਗਏ ਸੀ, ਇਕੱਠੇ ਹੀ ਆਏ। ਤੇ ਮੈਂ ਰਹਿਣ ਵਾਲਾ ਜੰਮੂ ਕਸ਼ਮੀਰ ਦਾ। ਅਸੀਂ ਆਪਣੇ ਲੈਵਲ ਤੇ ਵੀ ਉੱਧਰ ਪ੍ਰਦਰਸ਼ਨ ਕਰ ਰਹੇ ਹਾਂ, ਬਟ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਮਤਲਬ ਇੱਕ ਜਥਾ ਲੈ ਕੇ ਚੱਲੇ ਹਾਂ। ਤੇ ਮੇਰੇ ਮਨ 'ਚ ਇੱਕ ਦਰਦ ਸੀਗਾ ਕਿ ਮੈਂ ਚਲੋ ਜਾ ਕੇ ਆਪਣਾ ਯੋਗਦਾਨ ਵੀ ਜੋ ਵੀ ਹੁੰਦਾ ਪਾਉਣਾ ਚਾਹੀਦਾ ਹੈ। ਤੇ ਬਸ ਇਹਨਾਂ ਦੇ ਇੱਕ ਕਹਿਣ ਤੇ ਅਸੀਂ ਇੱਧਰ ਆ ਗਏ ਹਾਂ ਤੇ ਅੱਗੇ ਵੀ ਅਸੀਂ ਚੱਲ ਰਹੇ ਹਾਂ ਹੁਣ ਜਥੇ ਨਾਲ। ਅੱਗੇ ਜਾ ਕੇ ਦੇਖਾਂਗੇ ਕੀ ਬਣਦਾ ਹੈ। ਇਕੱਠੇ ਹੀ ਅਸੀਂ ਜਦੋਂ ਜਾਂਦੇ ਹੋਏ ਵੀ ਟ੍ਰੇਨ 'ਚ ਇਕੱਠੇ ਗਏ ਸੀ, ਆਉਂਦੇ ਹੋਏ ਵੀ ਟ੍ਰੇਨ 'ਚ ਇਕੱਠੇ ਹੀ ਆਏ ਸੀ। ਤੇ ਮਤਲਬ ਹੁਣ ਤੱਕ ਅਜੇ ਤੱਕ ਇਕੱਠੇ ਹੀ ਆ। ਇਹ 3 ਕਾਲੇ ਕਾਨੂੰਨ ਜਿਹੜੇ ਕਿਸਾਨਾਂ ਦੇ ਵਿਰੁੱਧ ਆ, ਇਹਨਾਂ ਨੂੰ ਅਸੀਂ ਕੈਂਸਲ ਕਰਾਉਣ ਵਾਸਤੇ ਆਪਣੀ ਜਥੇਬੰਦੀ ਦੇ ਨਾਲ ਜਾ ਰਹੇ ਛੋਟੇ ਘੁੰਮਣਾ ਤੋਂ। ਇਹ ਮੇਰੇ 3 ਵੀਰ ਮੇਰੇ ਨਾਲ ਨੇਵੀ ਦੇ ਵਿੱਚ ਸੀਗੇ। ਅਸੀਂ ਇਕੱਠਿਆਂ ਨੇ ਸਰਵਿਸ ਕੀਤੀ, ਇਕੱਠੇ ਰਿਟਾਇਰ ਆਏ ਤੇ ਅੱਜ ਇਕੱਠੇ ਹੀ ਜਾ ਰਹੇ ਹਾਂ ਦਿੱਲੀ ਨੂੰ। ਤੇ ਉੱਥੇ ਜਾ ਕੇ ਜੋ ਵੀ ਕਿਸਾਨ ਜਥੇਬੰਦੀਆਂ ਸਾਨੂੰ ਅੱਗੇ ਟਰੈਕਟਰ ਮਾਰਚ ਵਾਸਤੇ ਜਾਂ ਜੋ ਵੀ ਕਹਿਣਗੇ ਅਸੀਂ ਉਹਨਾਂ ਦੇ ਹੁਕਮ ਮੰਨਾਂਗੇ। ਮਾਤਾ ਦੀਆਂ ਭੇਟਾਂ ਤੋਂ ਦੁਨੀਆ ਭਰ ਵਿੱਚ ਮਸ਼ਹੂਰ ਹੋਏ ਭਜਨ ਸਮਰਾਟ ਨਰਿੰਦਰ ਚੰਚਲ ਦਾ ਅੱਜ ਦੇਹਾਂਤ ਹੋ ਗਿਆ।
ਉਹ 80 ਵਰ੍ਹਿਆਂ ਦੇ ਸਨ ਅਤੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਲਈ ਭਰਤੀ ਸਨ। ਭੇਟਾਂ ਤੇ ਭਜਨਾਂ ਤੋਂ ਇਲਾਵਾ ਨਰਿੰਦਰ ਚੰਚਲ ਨੇ ਕਈ ਫਿਲਮਾਂ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਕੇ ਨਾਮ ਨਾ ਖੱਟਿਆ ਸੀ। ਉਹਨਾਂ ਦੇ ਦੇਹਾਂਤ ਦੀ ਖਬਰ ਨਾਲ ਬਾਲੀਵੁੱਡ ਸਮੇਤ ਉਹਨਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਫੈਲ ਗਈ। ਭਜਨ ਸਮਰਾਟ ਨਰਿੰਦਰ ਚੰਚਲ 80 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਨੇ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਪਿਛਲੇ 3 ਦਿਨਾਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਜੇਰੇ ਇਲਾਜ ਸਨ। ਅੱਜ ਦੁਪਹਿਰ ਕਰੀਬ 12:15 ਵਜੇ ਉਹਨਾਂ ਨੇ ਆਖਰੀ ਸਾਹ ਲਿਆ। ਉਹਨਾਂ ਕਈ ਮਸ਼ਹੂਰ ਭਜਨਾਂ ਦੇ ਨਾਲ ਹਿੰਦੀ ਫਿਲਮਾਂ ਵਿੱਚ ਵੀ ਗਾਣੇ ਗਾਏ ਨੇ। ਨਰਿੰਦਰ ਚੰਚਲ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਅਤੇ ਉਹਨਾਂ ਦੇ ਪ੍ਰਸ਼ੰਸਕ ਸੋਗ ਵਿੱਚ ਨੇ। ਨਰਿੰਦਰ ਚੰਚਲ ਉਹ ਨਾਮ ਜਿਸ ਨੇ ਮਾਂ ਦੇ ਜਗਰਾਤੇ ਨੂੰ ਇੱਕ ਵੱਖਰੀ ਦਿਸ਼ਾ ਦਿੱਤੀ। ਉਹਨਾਂ ਨਾ ਸਿਰਫ ਕਲਾਸੀਕਲ ਸੰਗੀਤ ਵਿੱਚ ਆਪਣਾ ਨਾਮ ਬਣਾਇਆ, ਸਗੋਂ ਲੋਕ ਸੰਗੀਤ ਵਿੱਚ ਲੋਕਾਂ ਦਾ ਦਿਲ ਵੀ ਜਿੱਤਿਆ। ਨਰਿੰਦਰ ਚੰਚਲ ਨੇ ਬਚਪਨ ਤੋਂ ਹੀ ਆਪਣੀ ਮਾਂ ਕੈਲਾਸ਼ਵਤੀ ਨੂੰ ਮਾਤਾ ਰਾਣੀ ਦੇ ਭਜਨ ਗਾਉਂਦੇ ਸੁਣਿਆ ਸੀ। ਮਾਂ ਦੇ ਭਜਨਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਸੰਗੀਤ ਵਿੱਚ ਵੀ ਦਿਲਚਸਪੀ ਹੋ ਗਈ। ਨਰਿੰਦਰ ਚੰਚਲ ਦੇ ਪਹਿਲੇ ਗੁਰੂ ਉਹਨਾਂ ਦੀ ਮਾਤਾ ਸਨ। ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ ਅਤੇ ਫਿਰ ਉਹਨਾਂ ਨੇ ਭਜਨ ਗਾਉਣਾ ਸ਼ੁਰੂ ਕੀਤਾ। ਬਾਲੀਵੁੱਡ ਵਿੱਚ ਉਹਨਾਂ ਦੇ ਸਫ਼ਰ ਦੀ ਸ਼ੁਰੂਆਤ ਰਾਜ ਕਪੂਰ ਦੇ ਨਾਲ ਹੋਈ ਸੀ। ਫਿਲਮ ਬੌਬੀ ਵਿੱਚ ਉਹਨਾਂ ਬੇਸ਼ੱਕ ਮੰਦਰ ਮਸਜਿਦ ਤੋੜੋ ਗਾਣਾ ਗਾਇਆ ਸੀ। ਇਸ ਤੋਂ ਬਾਅਦ ਉਹਨਾਂ ਕਈ ਫਿਲਮਾਂ ਵਿੱਚ ਗਾਣੇ ਗਾਏ, ਪਰ ਉਹਨਾਂ ਨੂੰ ਮਾਤਾ ਦੇ ਭਜਨ ਚਲੋ ਬੁਲਾਵਾ ਆਇਆ ਹੈ ਤੋਂ ਪਛਾਣ ਮਿਲੀ, ਜਿਸ ਨੇ ਉਹਨਾਂ ਨੂੰ ਰਾਤੋਂ ਰਾਤ ਮਸ਼ਹੂਰ ਕਰ ਦਿੱਤਾ। ਹਾਲ ਹੀ ਵਿੱਚ ਨਰਿੰਦਰ ਚੰਚਲ ਨੇ ਕਰੋਨਾ ਬਾਰੇ ਇੱਕ ਗਾਣਾ ਗਾਇਆ ਜੋ ਕਾਫੀ ਵਾਇਰਲ ਹੋਇਆ ਸੀ। ਉਹਨਾਂ ਦਾ ਵੈਸ਼ਨੋ ਦੇਵੀ ਵਿੱਚ ਵਿਸ਼ੇਸ਼ ਵਿਸ਼ਵਾਸ ਸੀ। 1944 ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਰੱਖੇ ਗਏ ਸਾਲਾਨਾ ਜਾਗਰਣ ਵਿੱਚ ਉਹ ਹਾਜ਼ਰੀ ਲਗਵਾਉਂਦੇ ਰਹੇ, ਪਰ ਇਸ ਵਾਰ ਕਰੋਨਾ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਨਰਿੰਦਰ ਚੰਚਲ ਦੇ ਅਕਾਲ ਚਲਾਣੇ ਦੀ ਖਬਰ ਨਾਲ ਉਹਨਾਂ ਦੇ ਪ੍ਰਸ਼ੰਸਕ ਸੋਗ ਵਿੱਚ ਨੇ। ਜਲੰਧਰ ਦੇ ਬਸਤੀ ਗੁੱਜਾਂ ਦੀ ਰਹਿਣ ਵਾਲੀ ਗੁੰਜਨ ਅਰੋੜਾ ਨੂੰ ਸ਼ਹਿਰ ਦੀ ਪਹਿਲੀ ਮਹਿਲਾ ਪਾਇਲਟ ਬਣਨ ਦਾ ਮਾਣ ਪ੍ਰਾਪਤ ਹੋਇਆ। ਸਖਤ ਮਿਹਨਤ ਤੋਂ ਬਾਅਦ ਗੁੰਜਨ ਇਹ ਪ੍ਰਾਪਤੀ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਸ ਦੀ ਇਸ ਪ੍ਰਾਪਤੀ ਤੇ ਉਸ ਦੇ ਮਾਪੇ ਵੀ ਮਾਣ ਮਹਿਸੂਸ ਕਰ ਰਹੇ ਨੇ। ਗੁੰਜਨ ਨੂੰ ਹੁਣ ਤੱਕ 1200 ਘੰਟੇ ਉਡਾਨ ਦਾ ਤਜਰਬਾ ਹਾਸਲ ਹੋ ਚੁੱਕਾ ਹੈ। ਘਰੇਲੂ ਉਡਾਨ ਕੰਪਨੀ ਇੰਡੀਗੋ 'ਚ ਤੈਨਾਤ ਗੁੰਜਨ ਨੂੰ ਹੁਣ ਕਰੋਨਾ ਖਤਮ ਹੋਣ ਦਾ ਇੰਤਜ਼ਾਰ ਹੈ ਤਾਂ ਕਿ ਉਹ ਦੇਸ਼ ਦੇ ਨਾਲ ਹੀ ਵਿਦੇਸ਼ ਵਿੱਚ ਵੀ ਉਡਾਨ ਦਾ ਤਜਰਬਾ ਹਾਸਲ ਕਰ ਸਕੇ। ਸਕਰੀਨ ਉੱਤੇ ਨਜ਼ਰ ਆ ਰਹੀ ਇਸ ਕੁੜੀ ਦਾ ਨਾਮ ਗੁੰਜਨ ਅਰੋੜਾ ਹੈ। ਗੁੰਜਨ ਜਲੰਧਰ ਦੇ ਆਜ਼ਾਦੀ ਘੁਲਾਟੀਏ ਮਹੰਤ ਆਕਿਆ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਹਨਾਂ ਦੀ ਪੋਤੀ ਹੈ। ਗੁੰਜਨ ਦੀ ਇੱਕ ਹੋਰ ਵੱਡੀ ਭੈਣ ਹੈ ਅਤੇ ਜਦੋਂ ਗੁੰਜਨ ਦਾ ਜਨਮ ਹੋਇਆ ਸੀ, ਕੁਝ ਰਿਸ਼ਤੇਦਾਰ ਉਸ ਦੇ ਮਾਪਿਆਂ ਦਾ ਹੌਸਲਾ ਢਾਉਣ ਦੀਆਂ ਗੱਲਾਂ ਕਰ ਰਹੇ ਸਨ, ਪਰ ਕੁਝ ਰਿਸ਼ਤੇਦਾਰ ਅਜਿਹੇ ਵੀ ਸਨ ਜਿਨ੍ਹਾਂ ਨੇ ਕਿਹਾ ਕਿ ਤੁਹਾਡੀ ਲੜਕੀ ਤੁਹਾਡਾ ਨਾਮ ਰੋਸ਼ਨ ਕਰੇਗੀ। ਗੁੰਜਨ ਨੇ ਆਪਣੀ ਸਕੂਲ ਸਿੱਖਿਆ ਜਲੰਧਰ ਤੋਂ ਹੀ ਪੂਰੀ ਕੀਤੀ ਅਤੇ ਬਾਅਦ ਵਿੱਚ ਥਾਪਰ ਯੂਨੀਵਰਸਿਟੀ ਤੋਂ ਇੰਜੀਨੀਅਰ ਦੀ ਪੜ੍ਹਾਈ ਪਾਸ ਕਰਨ ਤੋਂ ਬਾਅਦ ਉਹ ਸਵੇਰੇ 9 ਵਜੇ ਤੋਂ 5 ਵਜੇ ਤੱਕ ਨੌਕਰੀ ਨਾ ਕਰਕੇ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਆਪਣੇ ਪਰਿਵਾਰ ਨਾਲ ਆਪਣੀ ਪਾਇਲਟ ਬਣਨ ਦੀ ਇੱਛਾ ਜ਼ਾਹਿਰ ਕਰਦੀ ਸੀ। ਪਰ ਪਰਿਵਾਰ ਚਾਹੁੰਦਾ ਸੀ ਕਿ ਉਹ ਕੋਈ ਡਿਗਰੀ ਜਾਂ ਕੋਰਸ ਕਰ ਲਵੇ, ਪਰ ਬੇਟੀ ਦੀ ਜਿੱਦ ਅੱਗੇ ਮਾਪਿਆਂ ਦੀ ਇੱਕ ਨਾ ਚੱਲੀ। ਗੁੰਜਨ ਸਿਖਲਾਈ ਪ੍ਰਾਪਤ ਕਰਕੇ ਪਹਿਲਾਂ ਪਾਇਲਟ ਬਣੀ ਤੇ ਬਾਅਦ 'ਚ ਕੁਝ ਸਮਾਂ ਪਾਇਲਟ ਟ੍ਰੇਨਰ ਵੀ ਰਹੀ। ਹੁਣ ਉਹ ਦੇਸ਼ ਵਿੱਚ ਘਰੇਲੂ 에ਅਰਲਾਈਨ ਕੰਪਨੀ ਇੰਡੀਗੋ ਵਿੱਚ ਪਾਇਲਟ ਵਜੋਂ ਸੇਵਾ ਨਿਭਾ ਰਹੀ ਹੈ। गुंजन हुन तक तकरीबन 1200 घंटे उड़ान भर चुकी है। आई एम बॉर्न एंड ब्रॉट अप इन जलंधर, यहीं पे मेरी स्कूलिंग हुई। कॉलेज फिर मैंने इंजीनियरिंग की है थापर यूनिवर्सिटी से। फिर 2013 टू 2017 बैच, 2017 में पास आउट करके जॉब इतनी अच्छी नहीं लगी, इंटर्नशिप किया, कुछ पसंद नहीं आया, सोचा पैशनेटली कुछ करना चाहिए, तो मम्मा से डिस्कस किया। शी सपोर्टेड, थैंक गॉड, उन्होंने सपोर्ट किया और फिर ये एविएशन में मैं चली गई। और 2018 जुलाई में मेरे पास CPL था मेरा, विच इज़ द कमर्शियल पायलट्स लाइसेंस। मेरे पास CPL लाइसेंस आ गया था 2018 में। उसके बाद मैंने 1 साल 3 महीने के आसपास फ्लाइंग इंस्ट्रक्टर की तरह जॉब की है, विच मीन्स कि मैं लोगों को प्लेन चलाना सिखाती थी। प्लेन सीखने के बाद मैं फ्लाइंग इंस्ट्रक्टर बन गई। तो वहाँ जब जॉब की उसके बाद मेरी उसी दौरान मेरी इंडिगो में जॉब लग गई। तो फिर वो इंडिगो की ट्रेनिंग अभी ख़त्म की, बट फिर कोरोना वायरस आ गया अभी।
मुझे लगता है कि अगर पायलट बनी हो तो वो सिर्फ और सिर्फ मम्मा पापा की वजह से। बाकी सब बहुत लोग ऐसे मिले थे, अरे क्यों जाना है इस लाइन में, लड़कियां थोड़ी ना जाती हैं, कितना मुश्किल है, शादी कैसे होगी, बच्चे ये वो, मतलब आगे की लाइफ सोचो। बट नहीं, मॉम डैड ने सपोर्ट किया। ਗੁੰਜਨ ਦੇ ਪਾਇਲਟ ਬਣਨ ਤੋਂ ਬਾਅਦ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਜਲੰਧਰ 'ਚ ਉਸਦੇ ਮਾਪਿਆਂ ਦੀ ਗੁੰਜਨ ਕਾਰਨ ਵੱਖਰੀ ਪਛਾਣ ਬਣੀ ਹੈ। ਹੁਣ ਉਸਦਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਹਨਾਂ ਦੀ ਲੜਕੀ जलंधर ਦੀ पहली महिला पायलट बनी है। देखिए, वैसे तो लोग बेटियों को लेके बहुत कंजर्वेटिव होते हैं कि बेटी है, पर मेरी 2 बेटियां हैं और मैं दोनों पे बहुत प्राउड फील करती हूँ। और इसने तो मुझे बहुत प्राउड फील करवाया है। मतलब अब पहले मैं एज ए प्रोफेसर वीना अरोड़ा लोग मुझे बुलाते थे, तो अब मुझे लगता है कि लोग मुझे इसके नाम से जानते हैं। ये मेरे लिए बहुत बड़ी अचीवमेंट है। लोग तो कहते हैं ना कि बेटियाँ होने के बाद वैल्यू कम होती है, इसके आने के बाद मेरी वैल्यू बढ़ी। मतलब मैं प्राउड फील करती हूँ कि इसके बर्थ के बाद मेरी वैल्यू घर में, क्योंकि इसने मुझे बचपन से ही प्राउड फील करवाया। मतलब छोटे होते से ही लेके सेंट जोसेफ में इसने 10th करी है, देन +1 +2 MGN में करी है, तो बहुत अच्छी एज ए स्टूडेंट बहुत अच्छी रही है, बड़ा पार्टिसिपेशन रही है। मुझे कभी नहीं लगा, मुझे हाँ वो पल हल्का सा लगा था, मतलब जब इसका बर्थ हुआ है हल्का सा लगा था, पर लेकिन उसके बाद तो इसने मेरी लाइफ चेंज करी है। इसके आने के बाद मैंने बहुत कुछ पाया, बहुत कुछ। मेरे ख्याल सारे समाज के बच्चे पढ़ाना चाहिए जी, सारे बच्चे पढ़ने चाहिए, हर के बच्चा अगे बढ़ना चाहिए। पहले तो ख्वाहिश सी फिर जाना थी, स्टार्टिंग तो सी ख्वाहिश सी +1 तो ही जान दी। ਕੋਰੋਨਾ ਕਾਰਨ ਅਜੇ ਗੁੰਜਨ ਆਪਣੇ ਘਰ ਵਿੱਚ ਹੀ ਸਮਾਂ ਗੁਜ਼ਾਰ ਰਹੀ ਹੈ। ਇਸੇ ਕਾਰਨ ਉਸ ਨੂੰ ਅਜੇ ਤੱਕ ਵਿਦੇਸ਼ ਵਿੱਚ ਜਹਾਜ਼ ਉਡਾਉਣ ਦਾ ਮੌਕਾ ਨਹੀਂ ਮਿਲਿਆ। ਜਿਵੇਂ ਹੀ ਕੋਰੋਨਾ ਘੱਟ ਹੋਣ ਤੋਂ ਬਾਅਦ ਇੰਡੀਗੋ ਵੱਲੋਂ ਗੁੰਜਨ ਨੂੰ ਬੁਲਾਇਆ ਜਾਵੇਗਾ, ਉਹ ਦੇਸ਼ ਦੇ ਨਾਲ ਹੀ ਵਿਦੇਸ਼ ਦੀ ਯਾਤਰਾ ਵੀ ਜ਼ਰੂਰ ਕਰੇਗੀ। ਤਲਵਾੜਾ ਦਸੂਹਾ ਮਾਰਗ ਤੇ ਅੱਜ ਇੱਕ ਕਰਤਾਰ ਬੱਸ ਅਤੇ ਮਰੂਤੀ ਜੈਨ ਕਾਰ ਦੀ ਟੱਕਰ ਹੋਣ ਨਾਲ 4 ਜਣਿਆਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ 2 ਲੋਕਾਂ ਨੇ ਘਟਨਾ ਸਥਾਨ ਅਤੇ 2 ਨੇ ਹਸਪਤਾਲ 'ਚ ਦਮ ਤੋੜਿਆ। ਮਰਨ ਵਾਲਿਆਂ 'ਚ ਇੱਕ ਛੋਟਾ ਬੱਚਾ ਵੀ ਸ਼ਾਮਿਲ ਹੈ। ਹਾਦਸਾ ਕਾਰ ਵੱਲੋਂ ਓਵਰਟੇਕ ਕਰਨ ਵੇਲੇ ਵਾਪਰਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਆਪਣੀ ਜਾਂਚ ਆਰੰਭ ਦਿੱਤੀ ਹੈ। ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਤਲਵਾੜਾ ਦਸੂਹਾ ਰੋਡ ਉੱਤੇ ਕਰਤਾਰ ਬੱਸ ਤੇ ਮਰੂਤੀ ਜੈਨ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਬੱਸ ਤਲਵਾੜੇ ਤੋਂ ਜਲੰਧਰ ਜਾ ਰਹੀ ਸੀ। ਇਸ ਦੌਰਾਨ ਰੌਲੀ ਪਿੰਡ ਤੋਂ ਤਲਵਾੜੇ ਜਾ ਰਹੀ ਮਰੂਤੀ ਜੈਨ ਕਾਰ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਵੇਲੇ ਬੱਸ ਨਾਲ ਟਕਰਾ ਗਈ। ਹਾਦਸੇ 'ਚ ਇੱਕ ਬੱਚੇ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਜੇ 10-15 ਮਿੰਟ ਹੋਏ, ਮੈਂ ਅੱਧਾ ਘੰਟੇ ਵਿੱਚ ਆਏ। ਮੈਂ ਅਜੇ ਉੱਥੇ ਮੈਂ ਖੜਾ ਸੀਗਾ, ਮੇਰੇ ਸਾਹਮਣੇ ਗੱਡੀ ਲੈ ਕੇ ਆਏ। ਕਿੰਨੇ ਜਣੇ ਸੀਗੇ? 4 ਜਣੇ ਸੀਗੇ ਵਿੱਚ। ਚਾਰੇ ਹੁਣ ਚਾਰੇ ਹੀ ਚਾਰਿਆਂ ਚੋਂ ਬੱਚਾ ਕੀ ਪਤਾ ਕੋਈ ਨਹੀਂ, ਹੁਣ ਲੈ ਕੇ ਉਹਨਾਂ ਸਾਨੂੰ ਕਿਹੜਾ ਬੱਚਾ ਕਿ ਜਿਹੜਾ ਉਹ ਤਾਂ ਕਹਿੰਦੇ ਬੱਚਾ ਕੋਈ ਨਹੀਂ, ਕਹਿੰਦੇ ਬੰਦਾ। ਕਿੰਨੇ ਕੁ ਜਣੇ ਸੀ? ਬੱਚੇ ਸੀ ਵੀ ਕੋਈ ਨਾਲ? ਇੱਕ ਬੱਚਾ ਛੋਟਾ। ਟੋਟਲ ਕਿੰਨੇ ਜਣੇ ਸੀ? 4 ਜਣੇ। ਹੋਇਆ ਕੀ ਕਿੱਦਾਂ ਹੋਇਆ ਇਹ ਸਰ ਅੱਜ ਮਤਲਬ ਸਾਨੂੰ ਫੋਨ ਆਇਆ ਥਾਣੇ ਕਿ ਇੱਦਾਂ ਐਕਸੀਡੈਂਟ ਹੋ ਗਿਆ ਵਾ, ਕਰਤਾਰ ਬੱਸ ਆ ਤੇ ਨਾਲ ਜੈਨ ਕਾਰ ਦਾ ਆਪਸ ਵਿੱਚ ਵੱਜਣ ਕਰਕੇ ਐਕਸੀਡੈਂਟ ਹੋ ਗਿਆ ਵਾ। ਜੋ ਅਸੀਂ ਮੌਕੇ ਤੇ ਆਏ ਆ ਤੇ ਕਰਤਾਰ ਬੱਸ ਆ ਜਿਹੜੀ, ਇਹਦਾ ਨੰਬਰ ਹੈਗਾ ਵਾ PB08BN 9251 ਤੇ ਉਹ ਜਿਹੜੀ ਜੈਨ ਕਾਰ ਆ ਉਹਦਾ ਨੰਬਰ ਹੈਗਾ ਵਾ HP 55A 8373। ਸਰ ਕਿੰਨੇ ਬੰਦੇ ਸੀਗੇ ਗੱਡੀ 'ਚ? ਇਹ ਕਾਰ ਦੇ ਵਿੱਚ ਇੱਕ ਬੱਚਾ ਸੀਗਾ 5 ਸਾਲ ਦਾ ਤੇ 3 ਜੈਂਟਸ ਸੀਗੇ ਤੇ ਜਿਨ੍ਹਾਂ ਦੀ ਦੋਵਾਂ ਦੀ ਐਟ ਦੀ ਸਪੋਟ ਮੌਤ ਹੋ ਗਈ ਆ ਤੇ ਦੋਵਾਂ ਦੀ ਹਸਪਤਾਲ ਜਾ ਕੇ ਹੋ ਗਈ। ਮਤਲਬ ਟੋਟਲ 4 ਦੀ ਮੌਤ ਹੋ ਗਈ ਹੈ। ਸਰ ਇਹ ਬੱਸ ਕਿੱਥੇ ਜਾ ਰਹੀ ਸੀ? ਇਹ ਬੱਸ ਇੱਥੋਂ ਤਲਵਾੜੇ ਤੋਂ ਜਲੰਧਰ ਨੂੰ ਜਾ ਰਹੀ ਸੀ। ਤੇ ਇਹ ਜੇ ਗੱਡੀ ਵਾਲੇ ਸੀ ਸਰ, ਇਹ ਵੇਖਦਾ ਲੱਗਾ ਪਤਾ ਕਿੱਥੇ ਜਾਂਦੇ ਸੀ? ਨਹੀਂ, ਗੱਡੀ ਵਾਲੇ ਤਾਂ ਰੌਲੀ ਪਿੰਡ ਤੋਂ ਇੱਧਰ ਨੂੰ ਤਲਵਾੜੇ ਨੂੰ ਆ ਰਹੇ ਸੀ। ਫਿਲਹਾਲ ਤਾਂ ਇੰਨਾ ਹੀ ਪਤਾ ਲੱਗਾ ਤੇ ਉਹ ਕੋਈ ਕ੍ਰਾਸ ਕਰ ਰਿਹਾ ਸੀ ਕਾਰ ਵਾਲਾ ਗੱਡੀ ਨੂੰ, ਤੋਂ ਜਿਹੜਾ ਉੱਥੋਂ ਬੱਸ ਆ ਰਹੀ ਸੀ ਤੇ ਇਹਨਾਂ ਦਾ ਆਪਸ ਵਿੱਚ ਬੜੇ ਜ਼ਬਰਦਸਤ ਟੱਕਰ ਹੋਈ ਹੈ। ਉਹਦੇ ਐਂਡ ਦੀ ਸਪੋਰਟ 2? ਹਾਂਜੀ, ਉਹਦੇ ਐਂਡ ਦੀ ਸਪੋਰਟ ਬੰਦੇ 2? ਐਟ ਦੀ ਸਪੋਰਟ ਇੱਥੇ ਦੋਵਾਂ ਦੀ ਡੈਥ ਹੋ ਗਈ ਹੈ ਜੀ, ਤੇ ਦੋਵਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ 2 ਲੋਕਾਂ ਦੀ ਮੌਤ ਘਟਨਾ ਸਥਲ ਉੱਤੇ ਅਤੇ 2 ਜਣਿਆਂ ਦੀ ਮੌਤ ਹਸਪਤਾਲ ਪਹੁੰਚ ਕੇ ਹੋਈ ਹੈ।
ਪੁਲਿਸ ਵੱਲੋਂ ਚਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ 11ਵੇਂ ਗੇੜ ਦੀ ਗੱਲਬਾਤ ਦੌਰਾਨ ਵੀ ਰੇੜਕਾ ਰਿਹਾ ਕਾਇਮ। ਸਰਕਾਰ ਕਾਨੂੰਨਾਂ ਨੂੰ 1.5 ਸਾਲ ਤੱਕ ਮੁਅੱਤਲ ਕਰਨ ਤੇ ਸਹਿਮਤ, ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੇ। ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਆਰੋਪ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪੁਲਿਸ ਵੱਲੋਂ ਕਾਰ ਦਾ ਸ਼ੀਸ਼ਾ ਭੰਨਣ ਦਾ ਕੀਤਾ ਦਾਅਵਾ। ਪੁਲਿਸ ਨੇ ਸੁਰੱਖਿਆ ਦੇ ਨਾਂ ਉੱਤੇ ਉਹਨਾਂ ਨੂੰ ਥਾਂ-ਥਾਂ ਕੀਤਾ ਤੰਗ। 26 ਜਨਵਰੀ ਦੀ ਟਰੈਕਟਰ ਪਰੇਡ ਲਈ ਕਿਸਾਨਾਂ ਵੱਲੋਂ ਤਿਆਰੀਆਂ ਪੂਰੀਆਂ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ 'ਚ ਕੱਢੇ ਗਏ ਟਰੈਕਟਰ ਮਾਰਚ। ਕਿਸਾਨ ਆਗੂਆਂ ਮੁਤਾਬਕ ਉਹਨਾਂ ਦੀ ਟਰੈਕਟਰ ਪਰੇਡ ਰਚੇਗੀ ਨਵਾਂ ਇਤਿਹਾਸ। ਮਾਤਾ ਦੀਆਂ ਪੇਟਾਂ ਤੋਂ ਦੁਨੀਆ ਭਰ 'ਚ ਮਸ਼ਹੂਰ ਹੋਏ ਭਜਨ ਸਮਰਾਟ ਨਰਿੰਦਰ ਚੰਚਲ ਦਾ ਹੋਇਆ ਦੇਹਾਂਤ। 80 ਵਰ੍ਹਿਆਂ ਦੇ ਸਨ ਨਰਿੰਦਰ ਚੰਚਲ। ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਚੱਲ ਰਿਹਾ ਸੀ ਇਲਾਜ। ਅਤੇ ਤਲਵਾੜਾ ਦਸੂਹਾ ਮਾਰਗ ਤੇ ਕਰਤਾਰ ਬੱਸ ਅਤੇ ਮਰੂਤੀ ਜੈਨ ਕਾਰ ਦੀ ਹੋਈ ਟੱਕਰ। ਹਾਦਸੇ 'ਚ ਇੱਕ ਬੱਚੇ ਸਣੇ 4 ਜਣਿਆਂ ਦੀ ਹੋਈ ਮੌਤ। ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਮ੍ਰਿਤਕਾਂ ਦੀਆਂ ਲਾਸ਼ਾਂ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।